ਹਿੰਦੀ ਕਹਾਣੀਕਾਰ ਸਵੈਮ ਪ੍ਰਕਾਸ਼ ਦੀ ਪੰਜਾਬੀ ਵਿੱਚ ਅਨੁਵਾਦਿਤ ਕਹਾਣੀ। ਕੀ ਤੁਸੀਂ ਕਦੇ ਸਰਦਾਰ ਭਿਖਾਰੀ ਦੇਖਿਆ ਹੈ? ਪਹਿਲੀ ਤਾਰੀਖ ਦੀ ਸ਼ਾਮ ਅਜਮੇਰ ਤੋਂ ਰਵਾਨਾ ਹੋ ਕੇ ਅਸੀਂ 2 ਦੀ ਸਵੇਰ 5:30 ਵਜੇ ਦਿੱਲੀ ਪਹੁੰਚੇ। ਨਿਜ਼ਾਮੂਦੀਨ ਤੋਂ ਪੌਣੇ 7 ਵਜੇ ਗੱਡੀ ਫੜਨੀ ਸੀ ਤੇ ਕੁਲੀਆਂ ਨੇ ਦੱਸਿਆ ਕਿ ਅੱਜ ਰਿਕਸ਼ਾ ਟੈਕਸੀ ਕੁਝ ਨਹੀਂ ਚੱਲ ਰਿਹਾ। ਇਸ ਲਈ ਅਸੀਂ ਛੱਤੀਸਗੜ੍ਹ ਐਕਸਪ੍ਰੈਸ ਰਾਹੀਂ ਨਵੀਂ ਦਿੱਲੀ ਤੱਕ ਆਏ। ਉੱਥੇ ਰੇਲ ਦੇ ਡਰਾਈਵਰ ਨੇ ਦੱਸਿਆ ਕਿ ਪਹਿਲਾਂ ਡੀਜ਼ਲ ਭਰਿਆ ਜਾਵੇਗਾ, ਸੋ ਪੌਣੇ 7 ਵਜੇ ਤੱਕ ਨਿਜ਼ਾਮੂਦੀਨ ਨਹੀਂ ਪਹੁੰਚ ਸਕਦੇ। ਮੈਂ ਸਾਰਾ ਸਾਮਾਨ ਕੁਲੀ ਤੋਂ ਬਾਹਰ ਕਢਵਾਇਆ। ਬਾਹਰ ਵੀ ਬਹੁਤ ਘੱਟ ਟੈਕਸੀਆਂ ਸਨ। ਜਿਹੜੀਆਂ ਸਨ ਉਹਨਾਂ ਦੇ ਡਰਾਈਵਰਾਂ ਦਾ ਕੋਈ ਪਤਾ ਨਹੀਂ ਸੀ। ਜਿਹੜੇ ਡਰਾਈਵਰ ਸਨ ਉਹ ਇੰਨੀ ਜਲਦੀ ਨਿਜ਼ਾਮੂਦੀਨ ਜਾਣ ਲਈ ਤਿਆਰ ਨਹੀਂ ਸਨ। ਬੜੀ ਮੁਸ਼ਕਿਲ ਨਾਲ ਇੱਕ ਆਟੋ ਰਿਕਸ਼ਾ 50 ਰੁਪਏ 'ਚ ਤਿਆਰ ਹੋਇਆ। ਅਸੀਂ ਬੈਠੇ ਤੇ ਆਟੋ ਰਿਕਸ਼ਾ ਚੱਲ ਪਿਆ। ਸਵੇਰੇ ਸਵੇਰੇ ਨਵੀਂ ਦਿੱਲੀ ਬਹੁਤ ਖੂਬਸੂਰਤ ਲੱਗ ਰਹੀ ਸੀ, ਜਿੰਨੀ ਹਮੇਸ਼ਾ ਲੱਗਦੀ ਹੈ। ਦੁਨੀਆ ਦੀਆਂ ਸਭ ਤੋਂ ਖੂਬਸੂਰਤ ਰਾਜਧਾਨੀਆਂ ਵਿੱਚੋਂ ਇੱਕ। ਕਨੌਟ ਪਲੇਸ ਕੋਲੋਂ ਲੰਘਦਿਆਂ ਮੈਨੂੰ ਪਲ ਭਰ ਲਈ ਅਨੁਭਵ ਹੋਇਆ ਜਿਵੇਂ ਕੋਈ ਨੌਜਵਾਨ ਕਿਸੇ ਲੜਕੀ ਦਾ ਜਿਸਮ ਪਹਿਲੀ ਵਾਰ ਵੇਖ ਰਿਹਾ ਹੋਵੇ। ਦਿੱਲੀ ਦੇ ਜਿਸਮ ਤੇ ਉਸ ਸਮੇਂ ਕੋਈ ਝਰੀਟ, ਜ਼ਖਮ ਜਾਂ ਫੋੜਾ ਮੈਨੂੰ ਨਜ਼ਰ ਨਹੀਂ ਆਇਆ। ਪਹੁੰਚੇ ਹੀ ਸੀ ਕਿ ਹਾਰਨ ਵੱਜਿਆ। ਬੱਚੀ ਨੂੰ ਗੋਦੀ ਚੁੱਕੀ ਪਤਨੀ ਪੁਲ ਵੱਲ ਭੱਜੀ, ਪਿੱਛੇ ਕੁਲੀ ਤੇ ਮੈਂ। ਭੱਜਦਿਆਂ ਭੱਜਦਿਆਂ ਗੱਡੀ ਫੜੀ। ਜਿਹੜਾ ਡੱਬਾ ਸਾਹਮਣੇ ਆ ਗਿਆ ਉਸੇ 'ਚ ਵੜ ਗਏ। ਇਹ ਪੂਰੀ ਕੋਚ ਸੀ। ਸਾਡਾ ਰਿਜ਼ਰਵੇਸ਼ਨ ਰਾਉਰਕੇਲਾ ਕੋਚ ਵਿੱਚ ਸੀ। ਸੋਚਿਆ ਮਥੁਰਾ ਜਾ ਕੇ ਬਦਲ ਲਵਾਂਗੇ। ਡੱਬਾ ਜਿਹੜਾ ਸਦਾ ਸਵਾਰੀਆਂ ਨਾਲ ਭਰਿਆ ਰਹਿੰਦਾ ਸੀ, ਅੱਜ ਤਕਰੀਬਨ ਖਾਲੀ ਸੀ। ਅਸੀਂ ਆਪਣੀ ਇੱਛਾ ਅਨੁਸਾਰ ਵਿਚਕਾਰਲੀਆਂ 2 ਬਰਥਾਂ ਲੈ ਲਈਆਂ। ਉਹ ਸੀਟਾਂ ਦੇਣ 'ਚ ਟੀਟੀ ਨੂੰ ਕੋਈ ਖਾਸ ਤਕਲੀਫ ਨਹੀਂ ਹੋਈ। ਸਾਡੇ ਸਾਹਮਣੇ ਵਾਲੇ ਬਰਥ ਤੇ ਇੱਕ ਸਰਦਾਰ ਜੀ ਬੈਠੇ ਸਨ। ਦੇਖਣ ਨੂੰ ਬੁੱਢੇ ਤੇ ਥੱਕੇ ਹੋਏ। 70 ਕੁ ਸਾਲ ਦੀ ਉਮਰ ਹੋਵੇਗੀ। ਲੱਗ ਰਿਹਾ ਸੀ ਜਿਵੇਂ ਬਿਮਾਰ ਹੋਣ। ਪੱਗ ਦਾ ਬੁਰਾ ਹਾਲ ਸੀ, ਪੈਂਟ ਗੰਦੀ ਸੀ, ਬਸ ਚੁੱਪ-ਚਾਪ ਪਏ ਹੋਏ ਸਨ। ਉਹਨਾਂ ਸਾਡੇ ਵੱਲ ਦੇਖਿਆ ਵੀ ਨਹੀਂ। ਸਾਡੀ ਬੱਚੀ ਨੇ ਕਿਲਕਾਰੀਆਂ ਮਾਰੀਆਂ, ਹੱਥ ਪੈਰ ਹਿਲਾਏ। ਆਂਡੇ ਵਰਗਾ ਮੂੰਹ ਗੋਲ ਕਰਕੇ ਬਾਬਾ ਬਾਬਾ ਕਿਹਾ। ਉਸਨੇ ਬੱਚੀ ਵੱਲ ਵੀ ਨਹੀਂ ਵੇਖਿਆ। ਨਾਲ ਵਾਲੀ ਬਰਥ ਤੇ 5-6 ਆਦਮੀ ਅਖਬਾਰ ਵੰਡ ਕੇ ਪੜ੍ਹ ਰਹੇ ਸਨ। ਕਾਲੇ ਹਾਸ਼ੀਏ ਵਾਲਾ ਅਖਬਾਰ। ਤਸਵੀਰਾਂ, ਸ਼ਰਧਾਂਜਲੀਆਂ ਅਤੇ ਸਦਮੇ ਦੀ ਸਨਸਨੀ ਨਾਲ ਭਰਿਆ ਹੋਇਆ। ਸੱਜੇ ਪਾਸੇ ਭਾਰੀ ਆਵਾਜ਼ ਵਾਲਾ ਇੱਕ ਸੱਭਿਅਕ ਬੰਦਾ ਆਪਣੀ ਧੀ ਨਾਲ ਸਫ਼ਰ ਕਰ ਰਿਹਾ ਸੀ ਤੇ ਇਸ ਸਮੇਂ ਵਿਦੇਸ਼ਾਂ 'ਚ ਵਸੇ ਆਪਣੇ ਕੁਝ ਰਿਸ਼ਤੇਦਾਰਾਂ ਬਾਰੇ ਅੰਗਰੇਜ਼ੀ 'ਚ ਗੱਲ ਕਰ ਰਿਹਾ ਸੀ। ਹਾਲਾਂਕਿ ਇਸ 'ਚ ਹੈਰਾਨੀ ਵਾਲੀ ਕੋਈ ਗੱਲ ਨਹੀਂ ਸੀ, ਪਰ ਮੈਨੂੰ ਹੈਰਾਨੀ ਹੋਈ ਕਿ ਇਹ ਲੋਕ ਉਹ ਗੱਲ ਕਿਉਂ ਨਹੀਂ ਕਰ ਰਹੇ ਜੋ ਇਸ ਸਮੇਂ ਸਭ ਕਰ ਰਹੇ ਹਨ। ਮਥੁਰਾ ਬਹੁਤ ਦੇਰ ਨਾਲ ਆਇਆ। ਉੱਥੇ ਕੁਝ ਵੀ ਨਹੀਂ ਸੀ। ਨਾ ਚਾਹ, ਨਾ ਨਾਸ਼ਤਾ, ਨਾ ਸਿਗਰਟ, ਨਾ ਅਖਬਾਰ, ਨਾ ਕੁਲੀ, ਨਾ ਮੁਸਾਫਿਰ, ਜਿਵੇਂ ਸਟੇਸ਼ਨ ਤੇ ਕਰਫਿਊ ਲੱਗਿਆ ਹੋਵੇ। ਅਸੀਂ ਬੱਚੇ ਲਈ ਥਰਮਸ 'ਚ ਪਾਣੀ ਭਰਵਾਉਣਾ ਸੀ ਗਰਮ। ਉਹ ਸਾਨੂੰ 2 ਦਿਨ ਅਤੇ 1 ਰਾਤ ਦੇ ਸਫ਼ਰ ਦੌਰਾਨ ਕਿਤੇ ਨਹੀਂ ਮਿਲਣਾ ਸੀ। ਘੁੰਮ ਮੈਂ ਵਾਪਸ ਡੱਬੇ 'ਚ ਆ ਗਿਆ ਤੇ ਪਤਨੀ ਨੂੰ ਕਿਹਾ ਕਿ ਚੰਗਾ ਕੀਤਾ ਆਪਾਂ ਰਾਉਰਕੇਲਾ ਕੋਚ ਦੇ ਰਿਜ਼ਰਵੇਸ਼ਨ ਦੇ ਚੱਕਰ 'ਚ ਨਹੀਂ ਪਏ। ਫਿਰ ਹੇਠਾਂ ਉਤਰ ਕੇ ਘੁੰਮਣ ਲੱਗਿਆ। ਅਚਾਨਕ 50-60 ਮੁੰਡਿਆਂ ਦੀ ਭੀੜ ਨਾਅਰੇ ਲਾਉਂਦੀ ਹੋਈ ਸਟੇਸ਼ਨ 'ਚ ਦਾਖਲ ਹੋਈ। ਕਈਆਂ ਦੇ ਹੱਥਾਂ 'ਚ ਡੰਡੇ ਸਨ। ਉਹਨਾਂ ਨੇ ਹਰ ਡੱਬੇ ਨੂੰ ਖਿੜਕੀ ਰਾਹੀਂ ਬਾਹਰੋਂ ਦੇਖਿਆ ਅਤੇ ਰੇਲਵੇ ਪੁਲਿਸ ਦੇ ਸਮਝਾਉਣ ਉੱਤੇ ਰੌਲਾ ਪਾਉਂਦੇ ਸਟੇਸ਼ਨ 'ਚੋਂ ਬਾਹਰ ਹੋ ਗਏ। ਲੇਕਿਨ ਜਾਣ ਤੋਂ ਪਹਿਲਾਂ ਇੱਕ ਲੜਕੇ ਨੇ ਸਾਡੇ ਡੱਬੇ ਕੋਲ ਆ ਕੇ ਖਿੜਕੀ ਰਾਹੀਂ ਸਰਦਾਰ ਜੀ ਨੂੰ ਗਾਲਾਂ ਕੱਢੀਆਂ, ਗੱਦਾਰ ਕਿਹਾ ਅਤੇ ਨਾਲ ਇਹ ਵੀ ਕਿਹਾ ਕਿ ਵਿਚਕਾਰੋਂ ਚੀਰ ਕੇ ਰੱਖ ਦੇਵਾਂਗਾ। ਫਿਰ ਚਲਾ ਗਿਆ। ਮੈਂ ਸੋਚਿਆ, ਇਹ ਕੱਲ੍ਹ ਦੇ ਮੁੰਡੇ। ਡੱਬੇ 'ਚ ਆ ਕੇ ਬੈਠ ਗਿਆ। ਬੱਚੀ ਖਿੜਕੀ ਨਾਲ ਖੜੀ ਖੇਡ ਰਹੀ ਸੀ ਅਤੇ ਨਾਅਰੇ ਲਾਉਣ ਵਾਲਿਆਂ ਦੀ ਨਕਲ 'ਚ ਹਾ ਹੋ ਕਰ ਰਹੀ ਸੀ। ਅਸੀਂ ਪਤੀ ਪਤਨੀ ਉਸ ਦੀਆਂ ਹਰਕਤਾਂ ਦਾ ਸਵਾਦ ਲੈ ਰਹੇ ਸੀ। ਮੈਂ ਲੈਟਰਿਨ 'ਚ ਬੰਦ ਹੋ ਜਾਂਦਾ।
ਅਚਾਨਕ ਸਰਦਾਰ ਜੀ ਨੇ ਮੈਨੂੰ ਕਿਹਾ। ਉਹ ਪਰੇਸ਼ਾਨ ਲੱਗ ਰਿਹਾ ਸੀ। ਮੈਂ ਉਸਦੇ ਚਿਹਰੇ ਵੱਲ ਦੇਖਿਆ। ਜੋ ਉਹਨਾਂ ਕਿਹਾ ਸੀ ਉਹ ਮੇਰੇ ਸਿਰ 'ਚ ਵੱਜਿਆ ਤੇ ਮੈਂ ਹਿੱਲ ਗਿਆ। ਮੈਂ ਜ਼ੋਰ ਨਾਲ ਕਿਹਾ, ਕੁਝ ਨਹੀਂ ਹੋਵੇਗਾ ਸਰਦਾਰ ਜੀ, ਤੁਸੀਂ ਚਿੰਤਾ ਨਾ ਕਰੋ। ਸਾਡੇ ਹੁੰਦਿਆਂ ਤੁਹਾਡਾ ਕੋਈ ਕੁਝ ਨਹੀਂ ਵਿਗਾੜ ਸਕਦਾ। ਇਹ ਤਾਂ ਮੁੰਡੀਰ ਏ, ਕਿਉਂ ਫਿਕਰ ਕਰਦੇ ਹੋ? ਉਹ ਆਪਣੀ ਮੈਲੀ ਚਾਦਰ ਮੂੰਹ ਤੇ ਲੈ ਕੇ ਪੈ ਗਿਆ। ਬਸ ਇਹੀ ਇੱਕ ਸ਼ਬਦ ਸੀ ਜੋ ਪੂਰੇ ਦਿਨ 'ਚ ਉਸਨੇ ਬੋਲਿਆ ਸੀ। ਉਸਨੂੰ ਵਿਸ਼ਵਾਸ ਦਿਵਾ ਕੇ ਮੇਰੇ ਦਿਮਾਗ 'ਚ ਥੋੜ੍ਹਾ ਜਿਹਾ ਤਣਾਅ ਪੈਦਾ ਹੋਇਆ ਕਿ ਕੋਈ ਕਿਉਂ ਆਪਣੇ ਆਪ ਨੂੰ ਲੈਟਰਿਨ 'ਚ ਬੰਦ ਕਰੇਗਾ? ਕਿਉਂ? ਪਰ ਜਿਵੇਂ-ਜਿਵੇਂ ਟ੍ਰੇਨ ਅੱਗੇ ਵਧੀ, ਤਣਾਅ ਵੀ ਵੱਧਦਾ ਗਿਆ। ਆਗਰਾ ਸਟੇਸ਼ਨ ਇੱਕਦਮ ਖਾਲੀ ਸੀ। ਗਵਾਲੀਅਰ 'ਚ ਕਰਫਿਊ ਲੱਗਿਆ ਹੋਇਆ ਸੀ। ਬੱਚੀ ਦੁੱਧ ਲਈ ਰੋ ਰਹੀ ਸੀ। ਅਸੀਂ ਸਵੇਰ ਦੀ ਚਾਹ ਵੀ ਨਹੀਂ ਸੀ ਪੀਤੀ। ਮੇਰੀਆਂ ਸਿਗਰਟਾਂ ਖਤਮ ਹੋਣ ਕਿਨਾਰੇ ਸਨ ਅਤੇ ਖਾਣਾ? ਅਸੀਂ ਸੋਚਿਆ ਦਿੱਲੀ ਜਿਉਂ-ਜਿਉਂ ਦੂਰ ਹੁੰਦੀ ਜਾਵੇਗੀ, ਸਭ ਕੁਝ ਸ਼ਾਂਤ ਅਤੇ ਸਹਿਜ ਹੁੰਦਾ ਜਾਵੇਗਾ। ਪਰ ਝਾਂਸੀ ਆਉਂਦਿਆਂ ਹੀ ਦੂਰੋਂ ਕਈ ਥਾਵਾਂ ਤੋਂ ਧੂੰਆਂ ਨਿਕਲਦਾ ਦੇਖਿਆ ਅਤੇ ਆਊਟਰ ਸਿਗਨਲ ਤੇ ਭੀੜ ਵੀ ਦੇਖੀ। ਮੈਂ ਸਰਦਾਰ ਜੀ ਨੂੰ ਕਿਹਾ, ਤੁਸੀਂ ਉੱਪਰ ਵਾਲੀ ਸੀਟ 'ਤੇ ਚਾਦਰ ਨਾਲ ਮੂੰਹ ਲੁਕੋ ਕੇ ਸੌਂ ਜਾਵੋ। ਤੇ ਇੱਕ ਨੂੰ ਛੱਡ ਕੇ ਸਾਰੀਆਂ ਖਿੜਕੀਆਂ ਬੰਦ ਕਰ ਲਈਆਂ। ਲੇਕਿਨ ਸਟੇਸ਼ਨ 'ਤੇ ਕੋਈ ਤਣਾਅ ਨਹੀਂ ਸੀ। ਉੱਥੇ ਚਾਹ ਵੀ ਮਿਲ ਰਹੀ ਸੀ। ਮੈਂ ਪਲੇਟਫਾਰਮ 'ਤੇ ਖੜੇ ਨੇ ਸਰਦਾਰ ਜੀ ਨੂੰ ਕਿਹਾ, ਹੇਠਾਂ ਆ ਜਾਓ, ਡਰਨ ਦੀ ਕੋਈ ਗੱਲ ਨਹੀਂ। ਉਸਦਾ ਸਾਰਾ ਸਰੀਰ ਚਾਦਰ ਨਾਲ ਢੱਕਿਆ ਹੋਇਆ ਸੀ, ਸਿਰਫ ਅੱਖਾਂ ਖੁੱਲ੍ਹੀਆਂ ਸਨ ਜਿਨ੍ਹਾਂ 'ਚ ਦਹਿਸ਼ਤ ਭਰੀ ਹੋਈ ਸੀ। ਜਿਵੇਂ ਕਿਸੇ ਸੁਰੰਗ 'ਚ ਦੇਖਦਿਆਂ ਕਿਸੇ ਡਰੇ ਹੋਏ ਪਸ਼ੂ ਦੀਆਂ ਦੋ ਅੱਖਾਂ। ਉਹ ਹਿੱਲੇ ਤੱਕ ਨਹੀਂ, ਹੇਠਾਂ ਵੀ ਨਹੀਂ ਉਤਰੇ। ਪਰ ਦੇਖਿਆ ਜਾਵੇ ਤਾਂ ਠੀਕ ਹੀ ਕੀਤਾ ਕਿ ਉਹ ਨਹੀਂ ਉਤਰੇ, ਕਿਉਂਕਿ ਥੋੜ੍ਹੀ ਦੇਰ ਬਾਅਦ ਫਿਰ ਭੀੜ ਨਾਅਰੇ ਮਾਰਦੀ ਪਲੇਟਫਾਰਮ 'ਤੇ ਆ ਗਈ। ਭੀੜ ਵਿੱਚ ਅਧਖੜ ਵੀ ਸਨ, ਨੌਜਵਾਨ ਵੀ ਅਤੇ 10-12 ਸਾਲ ਦੇ ਮੁੰਡੇ ਵੀ। ਕਈਆਂ ਦੇ ਹੱਥਾਂ 'ਚ ਡਾਂਗਾਂ, ਕਈਆਂ ਦੇ ਹੱਥਾਂ 'ਚ ਕੁਹਾੜੀਆਂ, ਇੱਕ-ਦੋ ਦੇ ਹੱਥਾਂ 'ਚ ਪੈਟਰੋਲ ਦੀਆਂ ਬੋਤਲਾਂ ਲੱਗਦੀਆਂ ਸਨ। ਸਰਦਾਰ, ਨਿਕਲ ਬਾਹਰ ਤੇਰੀ! ਕੋਈ ਡੱਬੇ ਦੀਆਂ ਕੰਧਾਂ ਨੂੰ ਹੀ ਪਿੱਟ ਰਿਹਾ ਸੀ। ਦੇਖਦੇ-ਦੇਖਦੇ ਭੀੜ ਸਾਡੇ ਡੱਬੇ ਵਿੱਚ ਦੋਹਾਂ ਪਾਸਿਆਂ ਤੋਂ ਵੜ ਗਈ। ਹਰ ਸੀਟ ਦੇ ਹੇਠਾਂ ਇੱਧਰ-ਉੱਧਰ ਝਾਕਦਿਆਂ ਸਭ ਨੂੰ ਪੁੱਛਣ ਲੱਗੀ, ਕੋਈ ਸਰਦਾਰ ਤਾਂ ਨਹੀਂ? ਉਹਨਾਂ ਨੇ ਡੱਬੇ ਦੇ ਅੰਦਰ ਵੜਦਿਆਂ ਹੀ ਪਹਿਲਾ ਕੰਮ ਇਹ ਕੀਤਾ ਕਿ ਸਾਰੇ ਟਾਇਲਟ ਚੈੱਕ ਕੀਤੇ ਅਤੇ ਸਾਰਿਆਂ ਦੀਆਂ ਅੰਦਰੋਂ ਚਿਟਕਣੀਆਂ ਤੋੜ ਦਿੱਤੀਆਂ। ਹੁਣ ਉਹ ਸਾਡੇ ਵੱਲ ਆ ਰਹੇ ਸਨ। ਸਰਦਾਰ ਜੀ ਵਾਲੀ ਸੀਟ ਕੋਲ ਪਹੁੰਚੇ ਹੀ ਸਨ ਕਿ ਉਸੇ ਵੇਲੇ ਰੇਲਵੇ ਪੁਲਿਸ ਆ ਗਈ ਤੇ ਉਸਨੇ ਸਾਰਿਆਂ ਨੂੰ ਡੱਬੇ 'ਚੋਂ ਬਾਹਰ ਕੱਢ ਦਿੱਤਾ। ਪਲੇਟਫਾਰਮ ਦੇ ਬਾਹਰ ਰੇਲਵੇ ਵਾਲਿਆਂ ਦੇ ਕੁਆਟਰ ਸਨ। ਬਗੀਚੀ ਨਾਲ ਲੱਗਦੇ ਕੁਆਟਰ ਉੱਤੇ ਭੀੜ ਨੇ ਹੱਲਾ ਬੋਲ ਦਿੱਤਾ। ਸਭ ਕੁਝ ਤੋੜ ਕੇ ਅੱਗ ਲਾ ਦਿੱਤੀ। ਮੁਸਾਫਿਰ ਤਮਾਸ਼ਾ ਦੇਖ ਰਹੇ ਸਨ ਅਤੇ ਮਨ ਹੀ ਮਨ ਦੁਆ ਕਰ ਰਹੇ ਸਨ ਕਿ ਛੇਤੀ-ਛੇਤੀ ਗੱਡੀ ਤੁਰੇ, ਤੇ ਉਸੇ ਸਮੇਂ ਗੱਡੀ ਚੱਲ ਪਈ। ਸਰਦਾਰ ਜੀ ਹੁਣ ਵੀ ਉਸੇ ਤਰ੍ਹਾਂ ਉੱਥੇ ਹੀ ਪਏ ਸਨ। ਕੁਝ ਦੇਰ ਬਾਅਦ ਕੋਈ ਕਿਸੇ ਨੂੰ ਕਹਿ ਰਿਹਾ ਸੀ, ਵਿਚਾਰੇ ਦਾ ਹਾਰਟ ਫੇਲ ਹੀ ਨਾ ਹੋ ਜਾਵੇ। ਅਗਲੇ ਸਟੇਸ਼ਨ 'ਤੇ ਫਿਰ ਉਹੀ ਨਜ਼ਾਰਾ ਸੀ। ਆਊਟਰ 'ਤੇ ਗੱਡੀ ਰੁਕੀ ਰਹੀ। ਸਾਹਮਣੇ ਇੱਕ ਮਕਾਨ ਵਿੱਚੋਂ ਕਾਲਾ ਗੂੜ੍ਹਾ ਧੂੰਆਂ ਉੱਠ ਰਿਹਾ ਸੀ। ਸੋਫਾ ਸੈੱਟ, ਪਲੰਗ, ਕੁਰਸੀਆਂ, ਗੱਦੇ, ਬਿਸਤਰੇ, ਕਿਸੇ ਬੱਚੇ ਦੀ ਟਰਾਈਸਾਈਕਲ, ਹਾਕੀ ਸੜ ਰਹੇ ਸਨ ਤੇ ਦੂਰ ਖੜੇ ਤਮਾਸ਼ਾ ਦੇਖਦੇ ਅਨੇਕ ਆਦਮੀ, ਔਰਤਾਂ, ਬੱਚੇ। ਸਾਰਾ ਦਿਨ ਇਸੇ ਡਰ 'ਚ ਸਹਿਮੇ ਹੋਏ ਗੁਜ਼ਰਿਆ। ਸਾਰਾ ਦਿਨ ਸਰਦਾਰ ਜੀ ਚੁੱਪ-ਚਾਪ ਪਏ ਰਹੇ। ਸਾਰਾ ਦਿਨ ਦਵਾਈ ਦੀਆਂ ਕੁਝ ਗੋਲੀਆਂ ਤੋਂ ਬਿਨਾਂ ਉਹਨਾਂ ਨੇ ਕੁਝ ਨਹੀਂ ਖਾਧਾ। ਸਾਰਾ ਦਿਨ ਉਦਾਸੀ ਅਤੇ ਮਨਹੂਸੀਅਤ ਦਾ ਆਲਮ ਡੱਬੇ 'ਤੇ ਹਾਵੀ ਰਿਹਾ। ਲੇਕਿਨ ਰਾਤ ਹੁੰਦੇ-ਹੁੰਦੇ ਹਾਲਾਤ ਹੋਰ ਖਰਾਬ ਹੋ ਗਏ। ਹੁਣ ਕਿਸੇ ਵੀ ਦੋ ਸਟੇਸ਼ਨਾਂ ਵਿਚਕਾਰ ਗੱਡੀ ਰੋਕ ਲਈ ਜਾਂਦੀ। ਭੀੜ ਡੱਬੇ 'ਚ ਵੜ ਜਾਂਦੀ, ਗਾਲਾਂ ਕੱਢਦੀ, ਡੱਬੇ ਤੇ ਸੀਟਾਂ 'ਤੇ ਡੰਡੇ ਮਾਰਦੀ। ਭਾਈ ਸਾਹਿਬ, ਕੋਈ ਸਰਦਾਰ ਤਾਂ ਨਹੀਂ ਹੈ? ਪੁੱਛਿਆ ਜਾਂਦਾ। ਮੈਂ ਕਿਹਾ, ਸਾਨੂੰ ਡੱਬੇ ਦੇ ਚਾਰੇ ਦਰਵਾਜ਼ੇ ਬੰਦ ਕਰ ਲੈਣੇ ਚਾਹੀਦੇ ਹਨ। ਤਮਾਸ਼ਾ ਦੇਖਣ ਤੇ ਸਵਾਦ ਲੈਣ ਦੇ ਮਾਰੇ ਦਰਵਾਜ਼ੇ ਨੇੜੇ ਦੋ ਸਿੰਧੀ ਲੜਕੇ ਬੈਠੇ ਸਨ। ਹਾਲਾਂਕਿ ਡੱਬੇ ਦੇ ਬਾਕੀ ਲੋਕ ਉਦਾਸ ਤੇ ਪਰੇਸ਼ਾਨ ਸਨ, ਸ਼ਾਇਦ ਸ਼ਰਮਿੰਦਾ ਵੀ।
ਸਿੰਧੀਆ ਨੇ ਕਿਹਾ ਕਿ ਜੇ ਦਰਵਾਜ਼ਾ ਬੰਦ ਰੱਖਾਂਗੇ ਤਾਂ ਉਹਨਾਂ ਨੂੰ ਹੋਰ ਸ਼ੱਕ ਪਵੇਗਾ ਤੇ ਉਹ ਪੱਥਰ ਮਾਰਨਗੇ। ਮੈਂ ਕਿਹਾ, ਮਾਰਨ ਦਿਓ, ਪੱਥਰ ਨਾਲ ਡੱਬਾ ਤਾਂ ਨਹੀਂ ਟੁੱਟਣ ਲੱਗਾ, ਖਿੜਕੀਆਂ ਬੰਦ ਰੱਖੋ। ਇੱਕ ਨੇ ਕਿਹਾ, ਉਹ ਖਿੜਕੀਆਂ ਨੂੰ ਵੀ ਅੱਗ ਲਾ ਸਕਦੇ ਹਨ। ਮੈਂ ਚੁੱਪ ਹੋ ਗਿਆ। ਨਾਲ ਲੱਗਦੇ ਡੱਬੇ ਦੇ ਲੋਕ ਗੁੰਮਸੁੰਮ ਸਨ ਅਤੇ ਸ਼ਾਇਦ ਖੈਰ ਮਨਾ ਰਹੇ ਹੋਣ ਕਿ ਉਹ ਸਰਦਾਰ ਨਹੀਂ ਹਨ, ਜਾਂ ਇਸ ਗੱਲ ਤੇ ਪਛਤਾ ਰਹੇ ਹੋਣ ਕਿ ਘਰੋਂ ਨਿਕਲੇ ਹੀ ਕਿਉਂ, ਜਾਂ ਰੇਲ ਵਾਲਿਆਂ ਨੂੰ ਦੁਹਾਈ ਦੇ ਰਹੇ ਸਨ ਕਿ ਗੱਡੀ ਹਰ ਥਾਂ ਕਿਉਂ ਰੋਕ ਲੈਂਦੇ ਹਨ, ਜਾਂ ਡਰ ਰਹੇ ਸਨ ਕਿ ਕੁਝ ਵੀ ਹੋ ਸਕਦਾ ਏ। ਸਾਡੇ ਡੱਬੇ ਤੋਂ ਅੱਗੇ ਵਾਲੀ ਸੀਟ ਤੇ ਬੈਠਾ ਭਾਰੀ ਆਵਾਜ਼ ਵਾਲਾ ਸੱਭਿਅਕ ਆਦਮੀ ਯੂਰਪ ਦੀਆਂ ਗੱਲਾਂ ਆਪਣੀ ਲੜਕੀ ਤੇ ਇੱਕ ਨੌਜਵਾਨ ਹਮਸਫ਼ਰ ਨੂੰ ਦੱਸ ਰਿਹਾ ਸੀ। ਕੁਝ ਦੇਰ ਬਾਅਦ ਉਹਨਾਂ ਨੇ ਠਾਠ ਨਾਲ ਦਾਰੂ ਦੀ ਬੋਤਲ ਕੱਢੀ ਤੇ ਪੀਣੀ ਸ਼ੁਰੂ ਕਰ ਦਿੱਤੀ। ਲੜਕੀ ਨੇ ਅੰਗਰੇਜ਼ੀ 'ਚ ਕਿਹਾ ਕਿ ਗਲਾਸ ਤਾਂ ਇੱਕ ਹੀ ਹੈ। ਫਿਰ ਉਹਨਾਂ ਦਾ ਨੌਕਰ ਸਾਥੋਂ ਗਿਲਾਸ ਮੰਗ ਕੇ ਲੈ ਗਿਆ। ਜੇ ਸਾਨੂੰ ਪਤਾ ਹੁੰਦਾ ਕਿ ਗਲਾਸ ਕਿਸ ਲਈ ਮੰਗਿਆ ਤਾਂ ਅਸੀਂ ਨਾ ਦਿੰਦੇ। ਖੈਰ, ਫਿਰ ਲੜਕੀ ਨੇ ਅੰਗਰੇਜ਼ੀ 'ਚ ਕਿਹਾ, ਇਸ ਨਾਲ ਭੁੱਖ ਲੱਗਣ ਲੱਗ ਜਾਂਦੀ ਹੈ ਨਾ। ਤੇ ਬਾਪ ਨੇ ਧੀ ਨੂੰ ਕਿਹਾ, ਤੂੰ ਵੀ ਲੈ ਲੈ ਜੇ ਮਨ ਕਰ ਰਿਹਾ ਏ। ਤੇ ਧੀ ਨੇ ਕਿਹਾ, ਡਰਿੰਕਸ ਦਾ ਤਾਂ ਨਹੀਂ, ਸਮੋਕ ਕਰਨ ਨੂੰ ਮਨ ਕਰਦਾ ਹੈ, ਪਰ ਇੱਥੇ ਡੱਬੇ 'ਚ ਸਭ ਦੇ ਸਾਹਮਣੇ ਨਹੀਂ ਪੀਆਂਗੀ। ਤੇ ਨੌਜਵਾਨ ਹਮਸਫ਼ਰ ਉਸ ਨੂੰ ਮਨਾਉਣ ਲੱਗਿਆ, ਖਾਣ ਪੀਣ 'ਚ ਕਾਹਦੀ ਸ਼ਰਮ, ਉਹ ਇੰਨੀ ਪਰਵਾਹ ਕਿਉਂ ਕਰਦੀ ਹੈ, ਤੇ ਉਹਨੂੰ ਸਿਗਰਟ ਪੇਸ਼ ਕਰਨ ਲੱਗਿਆ। ਕੁਝ ਦੇਰ ਦੇ ਨਖਰਿਆਂ ਤੋਂ ਬਾਅਦ ਲੜਕੀ ਨੇ ਸਿਗਰਟ ਲੈ ਲਈ। ਪਿਓ ਨੇ ਮਜ਼ਾਕ 'ਚ ਨੌਜਵਾਨ ਨੂੰ ਕਿਹਾ ਕਿ ਖੂਬਸੂਰਤ ਲੜਕੀਆਂ ਬਹੁਤ ਫਸੀ ਹੁੰਦੀਆਂ, ਤੇ ਯੂਰਪ ਦੇ ਕਿੱਸੇ ਫਿਰ ਚਾਲੂ ਹੋ ਗਏ। ਫਿਰ ਕਿਸੇ ਇੱਕ ਥਾਂ ਜੰਗਲ ਵਿੱਚ ਹਨੇਰੇ 'ਚ ਗੱਡੀ ਰੁਕ ਗਈ। ਦੋਹਾਂ ਪਾਸਿਆਂ ਤੋਂ ਪੱਥਰ ਮਾਰੇ ਗਏ। ਮੈਂ ਭੱਜ ਕੇ ਖਿੜਕੀਆਂ ਬੰਦ ਕਰ ਦਿੱਤੀਆਂ। ਸਾਡੇ ਵਾਲੀ ਖਿੜਕੀ ਜਾਮ ਸੀ ਅਤੇ ਬੰਦ ਨਹੀਂ ਹੋ ਰਹੀ ਸੀ। ਪਤਨੀ ਨੇ ਘਬਰਾ ਕੇ ਬੱਚੀ ਨੂੰ ਆਪਣੇ ਸੀਨੇ ਨਾਲ ਲਾ ਲਿਆ ਤੇ ਡਰਦੇ ਮਾਰੇ ਦੋਹਾਂ ਸੀਟਾਂ ਦੇ ਵਿਚਕਾਰ ਫਰਸ਼ ਤੇ ਬੈਠ ਗਈ। ਮੈਂ ਉਸ ਨੂੰ ਕੁਝ ਨਹੀਂ ਕਿਹਾ, ਅਟੈਚੀ ਖਿੜਕੀ 'ਚ ਫਸਾਈ ਅਤੇ ਪਿੱਠ ਲਗਾ ਕੇ ਬੈਠ ਗਿਆ। ਪਤਨੀ ਨੇ ਮੈਨੂੰ ਇਸ ਤਰ੍ਹਾਂ ਦੇਖਿਆ ਜਿਵੇਂ ਕਿਸੇ ਗਾਂ ਨੂੰ ਕਸਾਈ ਲੈ ਕੇ ਜਾ ਰਿਹਾ ਹੋਵੇ ਅਤੇ ਉਹ ਆਪਣੇ ਮਾਲਕ ਵੱਲ ਦੇਖੇ। ਮੈਂ ਉਸ ਨੂੰ ਗੁੱਸੇ ਹੋਇਆ ਕਿ ਪੜ੍ਹੀ ਲਿਖੀ ਹੋ ਕੇ ਘਬਰਾ ਰਹੀ ਹੈ, ਕੁਝ ਨਹੀਂ ਹੋਵੇਗਾ, ਉੱਪਰ ਹੋ ਕੇ ਬੈਠ। ਸਿੰਧੀਆ ਨੇ ਦਰਵਾਜ਼ਾ ਖੋਲ੍ਹ ਦਿੱਤਾ। ਸਾਰੀ ਭੀੜ ਹਥਿਆਰਾਂ ਸਮੇਤ ਡੱਬੇ ਅੰਦਰ ਘੁਸ ਆਈ। ਇੱਕ ਨੌਜਵਾਨ ਲੜਕਾ ਪੈਂਟ ਬਨੈਨ ਪਹਿਨੀ, ਦਾਰੂ ਪੀਤੀ ਹੋਈ ਤੇ ਜ਼ੋਰ-ਜ਼ੋਰ ਦੀ ਚੀਕ ਰਿਹਾ ਸੀ, ਸਰਦਾਰ, ਨਿਕਲ ਬਾਹਰ ਤੇਰੀ, ਤੇ ਸੀਟਾਂ ਦੇ ਹੇਠਾਂ ਡੰਡਾ ਮਾਰੀ ਜਾ ਰਿਹਾ ਸੀ। ਤੂਫਾਨ ਵਾਂਗ ਪਾਗਲਾਂ ਦੀ ਉਹ ਭੀੜ ਇੱਕ ਪਾਸਿਓਂ ਵੜ ਕੇ ਦੂਜੇ ਪਾਸੇ ਨਿਕਲ ਗਈ। ਗੱਡੀ ਫਿਰ ਵੀ ਨਹੀਂ ਚੱਲੀ। ਫਿਰ ਭੀੜ ਦਾ ਤੂਫਾਨ ਆਇਆ, ਇੱਧਰ-ਉੱਧਰ ਝਾਕਿਆ। ਨਹੀਂ ਹੈ, ਨਹੀਂ ਹੈ, ਸੁਣ ਕੇ ਬਾਹਰ ਨਿਕਲ ਗਿਆ। ਮੈਨੂੰ ਬਾਅਦ 'ਚ ਪਤਾ ਲੱਗਿਆ ਕਿ ਇੱਕ ਬੇਵਕੂਫ ਔਰਤ ਨੇ ਖੁਦ ਖਿੜਕੀ ਵਿੱਚੋਂ ਸਿਰ ਕੱਢ ਕੇ ਕਿਸੇ ਨੂੰ ਦੱਸ ਦਿੱਤਾ ਸੀ ਕਿ ਇੱਕ ਸਰਦਾਰ ਜੀ ਹੈ ਇਸ ਡੱਬੇ 'ਚ। ਹੁਣ ਦੁੱਗਣੀ ਭੀੜ ਡੱਬੇ 'ਚ ਸੀ ਅਤੇ ਉਹ ਸੁੱਤੇ ਪਏ ਬੈਠੇ ਮੁਸਾਫਰਾਂ ਦੇ ਕੱਪੜੇ ਇੱਧਰ-ਉੱਧਰ ਕਰਕੇ ਵੇਖ ਰਹੇ ਸਨ। ਤੇ ਉਸ ਸਮੇਂ ਇੱਕ ਮੁੰਡੇ ਨੇ ਸਾਡੇ ਸਰਦਾਰ ਜੀ ਨੂੰ ਦੇਖ ਲਿਆ। ਕੌਣ ਹੈ? ਇਹ ਕੌਣ ਹੈ? ਕੌਣ ਹੈ ਇਹ? ਉਹ ਚੀਕਿਆ। ਸਾਰੇ ਉੱਥੇ ਟੁੱਟ ਕੇ ਪੈ ਗਏ। ਚਾਦਰ ਲਾਹ ਕੇ ਪਰੇ ਮਾਰੀ, ਹੇਠਾਂ ਸੁੱਟ ਲਿਆ। ਗਾਲਾਂ ਕੱਢਦੇ ਗਏ, ਨਾਲੇ ਡੰਡੇ ਮਾਰਦੇ ਗਏ। ਇੱਕ ਜਣਾ ਸੀਟ ਉੱਪਰ ਖੜਾ ਹੋ ਗਿਆ। ਉਸਨੇ ਸਿਰ ਦੇ ਵਾਲਾਂ ਨੂੰ ਫੜ ਲਿਆ। ਇੱਕ ਨੇ ਦਾੜੀ ਨੂੰ ਹੱਥ ਪਾ ਲਿਆ। ਪਤਨੀ ਨੇ ਮੇਰੀ ਬਾਂਹ ਘੁੱਟ ਕੇ ਫੜ ਲਈ। ਮੈਂ ਬਾਂਹ ਛੁਡਾਉਣ ਦੀ ਕੋਸ਼ਿਸ਼ ਕੀਤੀ, ਪਰ ਉਸਨੇ ਕਿਹਾ, ਮੇਰਾ ਕੀ ਬਣੇਗਾ? ਬੱਚੀ ਦਾ ਕੀ ਹੋਵੇਗਾ? ਫਿਰ ਕੋਈ ਜਣਾ ਭੀੜ ਵਿੱਚੋਂ ਪਤਨੀ ਨੂੰ ਬੋਲਿਆ, ਘਬਰਾਓ ਨਾ ਭੈਣ ਜੀ, ਤੁਹਾਨੂੰ ਕੋਈ ਕੁਝ ਨਹੀਂ ਕਹੇਗਾ। ਸਰਦਾਰ ਜੀ ਨੇ ਸੀਟ ਵਾਲੀ ਰੌਡ ਚੰਗੀ ਤਰ੍ਹਾਂ ਘੁੱਟ ਕੇ ਫੜੀ ਹੋਈ ਸੀ। ਇੰਨੇ ਲੋਕਾਂ ਨੇ ਜ਼ੋਰ ਲਾਇਆ, ਪਰ ਉਸਨੇ ਡੰਡੇ ਦਾ ਹੱਥ ਨਹੀਂ ਛੱਡਿਆ। ਉਹ ਬੁਰੀ ਤਰ੍ਹਾਂ ਕੰਬ ਰਿਹਾ ਸੀ। ਉਸਦਾ ਬਿਸਤਰਾ, ਅਟੈਚੀ, ਚਾਦਰ, ਜੁੱਤੇ, ਪੱਗ ਸਭ ਪਤਾ ਨਹੀਂ ਕਿੱਧਰ ਚਲੇ ਗਏ। ਭੀੜ ਵਿੱਚੋਂ ਤਰ੍ਹਾਂ-ਤਰ੍ਹਾਂ ਦੀਆਂ ਆਵਾਜ਼ਾਂ ਉੱਠ ਰਹੀਆਂ ਸਨ। ਨੰਗਾ ਕਰੋ ਸਾਲੇ ਨੂੰ, ਮਾਰੋ ਸਾਲੇ ਨੂੰ, ਛੱਡਣਾ ਨਾ ਗੱਦਾਰ ਕੌਮ ਨੂੰ। ਉਹ ਵਿਚਾਰਾ ਬੁੱਢਾ ਬਿਮਾਰ ਆ ਕਰਕੇ ਚੀਕ ਰਿਹਾ ਸੀ। ਉਸਦੇ ਕੱਪੜੇ ਪਾੜ ਦਿੱਤੇ ਅਤੇ ਉਸਨੂੰ ਨੰਗਾ ਕਰ ਦਿੱਤਾ। ਅੱਖ ਝਪਕਦਿਆਂ ਹੀ ਇਹ ਸਭ ਕੁਝ ਹੋ ਗਿਆ। ਕੋਈ ਮੁਸਾਫਿਰ ਬੋਲਿਆ ਤਾਂ ਭੀੜ ਵਿੱਚੋਂ ਕੋਈ ਬੋਲਿਆ, ਤੂੰ ਵੀ ਇਸ ਦੇ ਨਾਲ ਹੈ?
ਉਹ ਚੁੱਪ ਹੋ ਗਿਆ। ਸਾਰੇ ਮੁਸਾਫਿਰ ਗੁੰਡਿਆਂ ਅੱਗੇ ਹੱਥ ਬੰਨ੍ਹ ਕੇ ਬੋਲੇ, "ਬਸ ਬਹੁਤ ਹੋ ਗਿਆ, ਛੱਡ ਦੇਵੋ, ਬੁੱਢਾ ਬਿਮਾਰ ਆਦਮੀ ਏ ਵਿਚਾਰਾ।" ਗੁੰਡਿਆਂ ਵਿੱਚੋਂ ਕੋਈ ਬੋਲਿਆ, "ਛੱਡੋ ਯਾਰ, ਮਾਲ ਮਾਰੋ ਮਾਲ।" ਉਸੇ ਵਕਤ ਕਈ ਲੋਕਾਂ ਦੇ ਭੱਜਣ ਦੀ ਆਵਾਜ਼ ਆਈ। ਕੋਈ ਕਿਸੇ ਨੂੰ ਕਹਿ ਰਿਹਾ ਸੀ, "ਉਤਾਰ ਦੂਜੇ ਨੂੰ ਵੀ, ਉਤਾਰ ਸਾਲੇ ਨੂੰ।" ਬਾਹਰ ਸਾਡੇ ਸਰਦਾਰ ਜੀ ਦੇ ਸਮਾਨ ਦੀ ਹੋਲੀ ਮਚ ਰਹੀ ਸੀ ਅਤੇ ਕਈ ਆਦਮੀ ਨੰਗੇ ਸਰਦਾਰ ਨੂੰ ਹੋਲੀ 'ਚ ਧੱਕਣ ਦੀ ਕੋਸ਼ਿਸ਼ ਕਰ ਰਹੇ ਸਨ। ਹਨੇਰੇ 'ਚ ਸਾਰੇ ਮੁਸਾਫਿਰ ਖਿੜਕੀਆਂ ਨਾਲ ਚਿੰਬੜੇ ਹੋਏ ਬਾਹਰ ਦੇਖਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਕਿਸੇ ਨੂੰ ਕੁਝ ਸਾਫ਼ ਦਿਖਾਈ ਨਹੀਂ ਦੇ ਰਿਹਾ ਸੀ। ਉਸੇ ਸਮੇਂ ਗੱਡੀ ਨੇ ਰੀਂਗਣਾ ਸ਼ੁਰੂ ਕਰ ਦਿੱਤਾ। ਸਰਦਾਰ ਜੀ ਦੀ ਦਾੜ੍ਹੀ ਅੱਧੀ ਰਹਿ ਗਈ ਸੀ ਤੇ ਸਿਰ ਦੇ ਵਾਲ ਬਿਖਰੇ ਹੋਏ ਸਨ। ਉੱਪਰਲੀ ਸੀਟ ਦੇ ਕੋਨੇ 'ਚ ਉਹ ਗਰਦਨ ਲਮਕਾਈ ਬੈਠਾ ਸੀ ਅਤੇ ਔਖੇ-ਔਖੇ ਸਾਹ ਲੈ ਰਿਹਾ ਸੀ। ਸਿਰ ਦੇ ਵਾਲਾਂ ਵਿੱਚੋਂ ਖੂਨ ਵਹਿ ਰਿਹਾ ਸੀ। ਦਾੜ੍ਹੀ ਵੀ ਖੂਨ ਨਾਲ ਲਿਬੜ ਗਈ ਸੀ। ਬਾਹਾਂ ਤੇ, ਛਾਤੀ ਤੇ, ਸਰੀਰ ਦਾ ਕੋਈ ਹਿੱਸਾ ਅਜਿਹਾ ਨਹੀਂ ਸੀ ਜੋ ਲਾਲ ਨਾ ਹੋ ਗਿਆ ਹੋਵੇ। ਹਰ ਥਾਂ ਮਾਰ ਦੇ ਨਿਸ਼ਾਨ ਸਨ। ਤੇ ਮੈਂ ਬੇਵਕੂਫ, ਮੈਂ ਸਵੇਰੇ ਕਹਿ ਰਿਹਾ ਸੀ, ਸਾਡੇ ਹੁੰਦਿਆਂ ਤੁਹਾਡਾ ਕੋਈ ਕੁਝ ਨਹੀਂ ਵਿਗਾੜ ਸਕਦਾ। ਤੁਸੀਂ ਨਿਸ਼ਚਿੰਤ ਰਹੋ, ਨਿਸ਼ਚਿੰਤ, ਇਸ ਮੁਲਕ 'ਚ। ਪਤਨੀ ਨੇ ਮੇਰੀ ਲੁੰਗੀ ਕੱਢ ਕੇ ਸਰਦਾਰ ਜੀ ਨੂੰ ਦਿੱਤੀ ਅਤੇ ਰੋਣ ਲੱਗੀ। ਡੱਬੇ ਦੇ ਕਿਸੇ ਮੁਸਾਫਿਰ ਨੇ ਕਮੀਜ਼ ਦਿੱਤੀ। ਹੁਣ ਦੂਜੇ ਡੱਬਿਆਂ ਦੇ ਮੁਸਾਫਿਰ ਵੀ ਉਸ ਨੂੰ ਦੇਖਣ ਆ ਰਹੇ ਸਨ। ਆਖਿਰ ਕਿਉਂ ਨਾ ਆਉਂਦੇ? ਇੰਨੇ ਆਦਮੀਆਂ ਦੇ ਵਿਚਕਾਰ 20 ਆਦਮੀਆਂ ਦੁਆਰਾ ਕੁੱਟਿਆ ਇੱਕ ਬੁੱਢਾ, ਕਮਜ਼ੋਰ, ਬਿਮਾਰ ਆਦਮੀ ਕੀ ਘੱਟ ਦਿਲਚਸਪ ਦ੍ਰਿਸ਼ ਹੁੰਦਾ ਹੈ? ਹੁਣ ਉਹ ਭਾਰੀ ਆਵਾਜ਼ ਵਾਲਾ ਸੱਭਿਅਕ ਵਿਅਕਤੀ ਹਰਕਤ ਵਿੱਚ ਆਇਆ। "ਕੀ ਹੋਇਆ? ਬਹੁਤ ਮਾਰਿਆ?" "ਕੋਈ ਖਾਸ ਨਹੀਂ ਲੱਗੀ, ਡੂੰਘੀ ਸੱਟ ਤਾਂ ਕੋਈ ਨਹੀਂ, ਫਿਕਰ ਨਾ ਕਰੋ। ਅਜਿਹੇ ਮੌਕੇ ਇਹਨਾਂ ਨੂੰ ਘਰੋਂ ਬਾਹਰ ਨਿਕਲਣਾ ਹੀ ਨਹੀਂ ਚਾਹੀਦਾ। ਡੱਬੇ 'ਚ ਕੋਈ ਡਾਕਟਰ, ਸੋਫਰਾਮਾਈਸਿਨ ਹੈ ਕਿਸੇ ਕੋਲ?" ਉਹ ਆਪਣੀ ਭਾਰੀ, ਰੋਹਬਦਾਰ ਆਵਾਜ਼ ਵਿੱਚ ਬੋਲ ਰਿਹਾ ਸੀ। ਉਸਦੀ ਲੜਕੀ ਉਸ ਨੌਜਵਾਨ ਨਾਲ ਉੱਪਰਲੀ ਸੀਟ 'ਤੇ ਹੀ ਬੈਠੀ ਰਹੀ। ਕਿਸੇ ਕੋਲ ਸੋਫਰਾਮਾਈਸਿਨ ਨਿਕਲ ਆਈ। ਜਿਵੇਂ-ਜਿਵੇਂ ਲੋਕ ਦੱਸਦੇ ਗਏ, ਸਰਦਾਰ ਜੀ ਸੋਫਰਾਮਾਈਸਿਨ ਲਗਾਉਂਦੇ ਰਹੇ, ਪਰ ਜ਼ਖਮ ਇੰਨੇ ਜ਼ਿਆਦਾ ਸਨ ਅਤੇ ਮਲਹਮ ਬਹੁਤ ਘੱਟ। ਮੈਂ ਸੋਚ ਰਿਹਾ ਸੀ ਕਿ ਅੱਜ ਫਰਜ਼ ਕਰੋ ਇਸ ਸਰਦਾਰ ਦੀ ਥਾਂ ਮੈਂ ਹੁੰਦਾ ਤਾਂ ਮੈਂ ਕੀ ਕਰਦਾ? ਫੁੱਟ-ਫੁੱਟ ਕੇ ਰੋਂਦਾ, ਮਿੰਨਤਾਂ ਕਰਦਾ, ਹੋਰ ਪਤਾ ਨਹੀਂ ਕੀ ਕਰਦਾ। ਲੇਕਿਨ ਸਰਦਾਰ ਜੀ ਦੀ ਅੱਖ ਵਿੱਚ ਇੱਕ ਵੀ ਹੰਝੂ ਨਹੀਂ ਸੀ। ਬਸ ਸਿਰਫ ਇੰਨਾ ਕੁ ਜਿਵੇਂ ਉਂਗਲੀ ਕਿਸੇ ਭਾਰੇ ਪੱਥਰ ਥੱਲੇ ਆ ਜਾਵੇ। ਸਾਰਾ ਡੱਬਾ ਹੁਣ ਉਹਨਾਂ ਨੂੰ ਸਲਾਹ ਦੇ ਰਿਹਾ ਸੀ, "ਆਪਣੇ ਵਾਲ ਖੋਲ੍ਹ ਲਵੋ, ਮੱਥੇ ਤੇ ਤਿਲਕ ਲਗਾ ਕੇ ਬਾਬਾ ਜੀ ਬਣ ਜਾਓ। ਕੋਈ ਪੁੱਛੇ ਤਾਂ ਕਹਿ ਦੇਣਾ ਬਨਾਰਸ ਜਾ ਰਿਆਂ। ਹੇ ਰਾਮ ਬੋਲਣਾ ਤੇ ਹਿੰਦੀ 'ਚ ਗੱਲ ਕਰਨਾ, ਪੰਜਾਬੀ 'ਚ ਨਹੀਂ।" ਕੋਈ ਕਹਿ ਰਿਹਾ ਸੀ, "ਅਗਲੇ ਸਟੇਸ਼ਨ ਤੇ ਉਤਰ ਜਾਣਾ ਤੇ ਪੁਲਿਸ ਸਟੇਸ਼ਨ ਵਿੱਚ ਬੈਠ ਜਾਣਾ।" ਇਸ ਸੁਝਾਅ ਦਾ ਕਈ ਲੋਕਾਂ ਨੇ ਹੁੰਗਾਰਾ ਭਰਿਆ, ਕਿਉਂਕਿ ਉਸਦਾ ਡੱਬੇ 'ਚ ਰਹਿਣਾ ਸਭ ਲਈ ਖਤਰਾ ਸੀ। ਗੱਲ ਤਾਂ ਇਹ ਸੀ, ਜੇ ਸਰਦਾਰ ਜੀ ਉਤਰ ਜਾਂਦੇ ਤਾਂ ਸਾਰੇ ਚੈਨ ਦੀ ਨੀਂਦਰ ਸੌਂਦੇ। ਉਸਨੇ ਸਭ ਦੀ ਸੁਣੀ ਅਤੇ ਆਖਰ ਫਰਸ਼ ਵੱਲ ਦੇਖਿਆ ਅਤੇ ਬੋਲੇ, "ਮੇਰਾ ਟਿਕਟ ਸੀ ਪੈਂਟ ਦੀ ਜੇਬ ਵਿੱਚ।" ਲੋਕਾਂ ਨੇ ਕਿਹਾ, "ਕੋਈ ਗੱਲ ਨਹੀਂ, ਟਿਕਟ ਨੂੰ ਕੌਣ ਪੁੱਛਦਾ ਇਸ ਹਾਲਤ ਵਿੱਚ? ਕੋਈ ਪੁੱਛੇਗਾ ਤੇ ਅਸੀਂ ਦੱਸ ਦੇਵਾਂਗੇ।" ਉਸਨੇ ਕਿਹਾ, "ਪੈਂਟ 'ਚ ਮੇਰੇ ਪੈਸੇ ਸਨ, ₹350। ਲੋਕਾਂ ਨੇ ਕਿਹਾ, "ਕੋਈ ਗੱਲ ਨਹੀਂ, ਪੈਸਿਆਂ ਦਾ ਕੀ ਹੈ, ਹੱਥਾਂ ਦੀ ਮੈਲ, ਸ਼ੁਕਰ ਕਰੋ ਜਾਨ ਬਚ ਗਈ।" ਉਸਨੇ ਜ਼ਮੀਨ ਵੱਲ ਦੇਖਦੇ ਹੋਏ ਕਿਹਾ, "ਹੁਣ ਜਿਵੇਂ ਪਹੁੰਚ ਜਾਵਾਂਗੇ, ਬਿਲਾਸਪੁਰ ਹੀ ਤਾਂ ਜਾਣਾ ਹੈ, ਸਵੇਰੇ ਤਾਂ ਆ ਹੀ ਜਾਵੇਗਾ। ਤੁਸੀਂ ਮੈਨੂੰ ਬਸ ਚਾਹ-ਚੂਹ ਦੇ ਪੈਸੇ ਦੇ ਦੇਵੋ, ਬਿਲਾਸਪੁਰ 'ਚ ਵਾਪਸ ਕਰ ਦੇਵਾਂਗਾ, ਫਿਰ ਜੋ ਹੋਵੇਗਾ ਦੇਖਿਆ ਜਾਵੇਗਾ।" ਕੋਈ ਆਦਮੀ ਇਸ ਹਾਲ 'ਚ ਵੀ ਚਾਹ ਦੇ ਪੈਸੇ ਮੰਗ ਰਿਹਾ ਹੈ। ਉਸਦਾ 70 ਸਾਲਾਂ ਦਾ ਤਜਰਬਾ ਸਾਡੇ ਹਕੀਰਾਂ ਤੋਂ ਸਿਰਫ ਚਾਹ ਦੇ ਪੈਸੇ ਮੰਗ ਰਿਹਾ ਸੀ। ਮੈਨੂੰ ਘਬਰਾਹਟ ਹੋਣ ਲੱਗੀ, ਰੋਣਾ ਆ ਗਿਆ, ਜੀ ਘਟਣ ਲੱਗਿਆ। ਮੈਂ ਉੱਠ ਕੇ ਪਾਣੀ ਦੇ ਛਿੱਟੇ ਮਾਰਨ ਲਈ ਟਾਇਲਟ ਵੱਲ ਚਲਾ ਗਿਆ। ਮੁੜਦੇ ਸਮੇਂ ਦੇਖਿਆ ਕਿ ਤਿੰਨੇ ਸੱਭਿਅਕ ਆਦਮੀ ਸਿਗਰਟ ਪੀ ਰਹੇ ਹਨ ਅਤੇ ਠਾਠ ਨਾਲ ਤਾਸ਼ ਕੁੱਟ ਰਹੇ ਹਨ।
ਧੰਨਵਾਦ।